ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 525 ਤੋਂ ਲੈ ਕੇ 526 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ। ਵਾਹਿਗੁਰੂ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੂਧ ਤਾਂ ਬਛਰੈ ਥਨੋ ਬਿਟਾਰਿਓ, ਫੂਲ ਪਵਰ ਜਲ ਮੀਨ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਅਵਰ ਨ ਫੂਲ ਅਨਪੂਨ ਪਾਵੋ ਰਹਾਓ। ਅਵਰ ਨ ਫੂਲ ਅਨੂਪਨ ਪਾਵੋ ਰਹਾਓ। ਹਾਂਜੀ ਸੰਗਤ ਜੀ, ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਉਸ ਪਰਮੇਸ਼ਰ ਦੀ ਪੂਜਾ ਕਿਵੇਂ ਕਰਾਂ। ਕਹਿੰਦੇ ਦੁੱਧ ਤਾਂ ਥਣਾ ਵਿੱਚ ਹੀ ਬੱਚੇ ਨੇ ਜੂਠਾ ਕਰ ਦਿੱਤਾ, ਜਿਹੜੇ ਫੁੱਲ ਸੀ ਉਹ ਭਵਰੇ ਨੇ ਸੁੰਘ ਲਏ, ਜਿਹੜਾ ਪਾਣੀ ਆ ਉਹ ਮੱਛੀ ਨੇ ਖਰਾਬ ਕਰ ਦਿੱਤਾ। ਹੁਣ ਕਹਿੰਦੇ ਹੇ ਮਾਤਾ, ਮੈਂ ਹੁਣ ਪਰਮੇਸ਼ਰ ਦੀ ਪੂਜਾ ਕਿਸ ਚੀਜ਼ ਨਾਲ ਕਰਾਂ। ਜੇ ਕਹਿੰਦੇ ਫਿਰ ਮੈਂ ਹੁਣ ਇਹ ਦੁੱਧ ਫੁੱਲ ਪਾਣੀ ਕੁਛ ਚੜ੍ਹਾ ਨਾ ਸਕਾਂ ਤਾਂ ਫਿਰ ਪਰਮੇਸ਼ਰ ਨੂੰ ਕਿਵੇਂ ਪਾਊਂਗਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਲਾ ਗਰਬੇ ਰੇ ਹੈ ਭੁਯੰਗਾ, ਬਿਖ ਅੰਮ੍ਰਿਤ ਬਸੇ ਇੱਕ ਸੰਗਾ। ਕਹਿੰਦੇ ਜਿਹੜੇ ਚੰਦਨ ਦੇ ਬੂਟੇ ਨੇ ਉਹਨਾਂ ਨਾਲ ਸੱਪ ਲਿਪਟੇ ਹੋਏ ਨੇ, ਅੰਮ੍ਰਿਤ ਤੇ ਕਹਿੰਦੇ ਜ਼ਹਿਰ ਇੱਕ ਜਗ੍ਹਾ ਹੀ ਵਸਦੇ ਨੇ ਸਮੁੰਦਰ 'ਚ। ਧੂਪ ਦੀਪ ਨਿਬੇਦੇ ਵਾਸਾ, ਕੈਸੇ ਪੂਜ ਕਰੇ ਤੇਰੇ ਦਾਸਾ। ਕਹਿੰਦੇ ਧੂਪ ਦੀਪ ਨਿਵੇਦ ਸਭ ਕੁਛ ਝੂਠਾ ਹੋ ਗਿਆ, ਵੀ ਹੁਣ ਤੇਰੇ ਸੇਵਕ ਤੇਰੀ ਪੂਜਾ ਕਿਵੇਂ ਕਰਨ ਪਰਮੇਸ਼ਰ ਜੀ। ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਕਹਿੰਦੇ ਮੈਂ ਤੇ ਹੁਣ ਪਰਮੇਸ਼ਰ ਜੀ ਨੂੰ ਆਪਣਾ ਤਨ ਤੇ ਮਨ ਅਰਪਣ ਕਰ ਰਿਹਾ। ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਸ ਨੇ ਪਰਮੇਸ਼ਰ ਨੂੰ ਤਨ ਤੇ ਮਨ ਅਰਪਣ ਕਰ ਲੈਂਦਾ, ਉਹ ਪਰਮੇਸ਼ਰ ਜੀ ਨੂੰ ਪਾ ਲੈਂਦਾ। ਪੂਜਾ ਅਰਚਾ ਆਹੇ ਨ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਕਹਿੰਦੇ ਹੋਰ ਕਿਸੇ ਚੀਜ਼ ਨਾਲ ਤਾਂ ਜੇ ਤੇਰੀ ਪੂਜਾ ਨਹੀਂ ਹੋ ਸਕਦੀ, ਫਿਰ ਕਹਿੰਦੇ ਫਿਰ ਮੇਰੀ ਉੱਚੀ ਅਵਸਥਾ ਕਿਵੇਂ ਬਣ ਸਕਦੀ ਆ। ਇਹ ਤੇ ਗੁਰੂ ਦੀ ਕਿਰਪਾ ਨਾਲ ਜਿਸ ਜੀਵ ਨੇ ਮਨ ਤਨ ਅਰਪਣ ਕਰਤਾ ਪਰਮੇਸ਼ਰ ਨੂੰ, ਉਹਨੇ ਪਾ ਲਿਆ। ਗੁਜਰੀ ਸ੍ਰੀ ਤ੍ਰਿਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ, ਕਾਹੇ ਪਿਆ ਸੰਨਿਆਸੀ। ਕਹਿੰਦੇ ਜਿਸ ਜੀਵ ਦਾ ਅੰਦਰ ਕਹਿੰਦੇ ਵਿਕਾਰਾਂ ਨਾਲ ਭਰਿਆ ਪਿਆ, ਨਿਰਮਲ ਨਹੀਂ ਹੋਇਆ, ਉਹਦੇ ਬਾਹਰੋਂ ਕਹਿੰਦੇ ਧਾਰਮਿਕ ਭੇਖ ਬਣਾਉਣ ਦਾ ਕੀ ਫਾਇਦਾ। ਜਿਹਨੇ ਅੰਤਰ ਆਤਮੇ ਪਰਮਾਤਮਾ ਨੂੰ ਨਹੀਂ ਜਾਣਿਆ, ਉਹ ਕਹਿੰਦੇ ਕਿਸ ਤਰ੍ਹਾਂ ਸੰਨਿਆਸੀ ਬਣ ਸਕਦਾ। ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਓ। ਕਹਿੰਦੇ ਹੇ ਜੈ ਚੰਦ, ਜੇ ਜੀਵ ਨੇ ਕਹਿੰਦੇ ਅੰਤਰ ਆਤਮੇ ਉਸ ਪਰਮੇਸ਼ਰ ਦੇ ਨਾਲ ਸਾਂਝ ਨਹੀਂ ਪਾਈ, ਤਾਂ ਉਹ ਫਿਰ ਕਹਿੰਦੇ ਬਾਹਰੋਂ ਭੇਖ ਕਰਕੇ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਹੈਗਾ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਭੂਮ ਮਸਾਣ ਕੀ ਭਸਮ ਲਗਾਈ, ਗੁਰ ਬਿਨ ਤਤ ਨ ਪਾਇਆ। ਕਹਿੰਦੇ ਜਿਸ ਤਰ੍ਹਾਂ ਕਈ ਸਾਧੂ ਲੋਕ ਫਿਰਦੇ ਹੁੰਦੇ ਨੇ ਨਾ, ਉਹਨਾਂ ਨੇ ਗੋਦੜੀ ਹੁੰਦੀ ਆ, ਮੁੰਦਰਾਂ ਪਾਈਆਂ ਹੁੰਦੀਆਂ ਨੇ, ਘਰ ਘਰ ਮੰਗਦੇ ਨੇ, ਖਾ ਕੇ ਇਸ ਤਰ੍ਹਾਂ ਆਪਣਾ ਪੇਟ ਵਧਾ ਲੈਂਦੇ ਨੇ। ਕਹਿੰਦੇ ਕਈ ਦਫਾ ਮਸਾਣਾ ਦੀ ਭਸਮ ਲਗਾਈ ਫਿਰਦੇ ਹੁੰਦੇ ਨੇ। ਕਹਿੰਦੇ ਇਹ ਸਾਰਾ ਕੁਛ ਕਰਨ ਦੇ ਨਾਲ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ।
ਕਾਏ ਜਪੋ ਰੇ ਕਾਏ ਤਪੋ ਰੇ, ਕਾਏ ਬਿਲੋਵੋ ਪਾਣੀ। ਲੱਖ 84 ਜਿਨ ਉਪਾਈ, ਸੋ ਸਿਮਰੋ ਨਿਰਵਾਣੀ। ਕਹਿੰਦੇ ਹੋਰ ਕੋਈ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਜਪਣ ਤੋਂ, ਹੋਰ ਕੋਈ ਜਪ ਕਰਨੇ, ਤਪ ਕਰਨੇ, ਉਹ ਤੇ ਕਹਿੰਦੇ ਇਸ ਤਰ੍ਹਾਂ ਕਿ ਜਿਵੇਂ ਪਾਣੀ ਨੂੰ ਰਿੜਕਣਾ ਹੋਇਆ, ਕਿਉਂਕਿ ਪਾਣੀ ਨੂੰ ਰਿੜਕਣ ਦੇ ਨਾਲ ਮੱਖਣ ਨਹੀਂ ਨਾ ਨਿਕਲਦਾ ਹੈਗਾ। ਕਹਿੰਦੇ ਉਹ ਪਰਮੇਸ਼ਰ ਜਿਹਨੇ 84 ਲੱਖ ਜੂਨ ਉਪਾਈ ਆ, ਕਹਿੰਦੇ ਜੋ ਨਿਰਵਾਣ ਹੈ ਪਰਮੇਸ਼ਰ, ਨਿਰਲੇਪ ਹੈ, ਉਹਦੀ ਉਪਾਸਨਾ ਕਰੋ, ਉਹਦਾ ਨਾਮ ਜਪੋ। ਕਹਿੰਦੇ ਜੇ ਉਹਨੂੰ ਪਾਉਣਾ। ਕਾਏ ਕਮੰਡਲ ਕਾਪੜੀਆ ਰੇ, 68 ਕਾਏ ਫਿਰਾਹੀ। ਬਦਤ ਤਿਰਲੋਚਨ ਸੁਨ ਰੇ ਪ੍ਰਾਣੀ, ਕਣ ਬਿਨ ਗਾਹਾ ਕੇ ਪਾਹੀ। ਫਿਰ ਕਹਿੰਦੇ ਹੋਰ ਸਾਧੂਆਂ ਦੇ ਭੇਖ ਕਰਨੇ, ਉਹ ਕੱਪੜੇ ਪਾ ਲੈਣੇ, ਕਮੰਡਲ ਫੜ ਲੈਣੇ, 68 ਤੀਰਥਾਂ ਦੇ ਇਸ਼ਨਾਨਾਂ ਲਈ ਫਿਰਨਾ। ਭਗਤ ਤਿਰਲੋਚਨ ਜੀ ਕਹਿੰਦੇ ਨੇ, ਹੇ ਪ੍ਰਾਣੀ, ਕਹਿੰਦੇ ਇਹ ਸਾਰਾ ਕੁਛ ਕਰਨ ਦਾ ਕੋਈ ਲਾਭ ਨਹੀਂ ਹੈ। ਇਹ ਤਾਂ ਕਹਿੰਦੇ ਇਸ ਤਰ੍ਹਾਂ ਵੀ ਜਦੋਂ ਫਸਲ ਦੇ ਵਿੱਚ ਕਣ ਨਾ ਹੋਵੇ ਤਾਂ ਫਿਰ ਉਹਨੂੰ ਗਾਹੁਣ ਦਾ, ਥਰੈਸ਼ ਕਰਨ ਦਾ ਕੀ ਉਹਨੂੰ ਫਾਇਦਾ ਹੈ ਜਦੋਂ ਉਹਦੇ ਵਿੱਚ ਕਣ ਹੀ ਨਹੀਂ ਹੈ। ਕਹਿੰਦੇ ਉਸ ਪਰਮੇਸ਼ਰ ਦੀ ਭਗਤੀ ਕਰਿਆ ਹੀ ਪਰਮੇਸ਼ਰ ਨੂੰ ਪਾ ਸਕੀਦਾ, ਬਾਕੀ ਹੋਰ ਧਾਰਮਿਕ ਪਖੰਡ ਕਰਿਆ ਨਹੀਂ। ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਸਰਪ ਜੋਨ ਵਲ ਵਲ ਔਤਰੈ। ਹਾਂਜੀ, ਉਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਨਾ ਕਿ ਆਪਾਂ ਇਸ ਦੀ ਵੀ ਗੁਰਬਾਣੀ 'ਚ ਵਿਚਾਰ ਕਰਾਂਗੇ। ਉਸ ਦਿਨ ਦਾਸੀ ਨੇ ਕਹਿ ਦਿੱਤਾ ਸੀ ਭਗਤ ਨਾਮਦੇਵ ਜੀ, ਇਹ ਭਗਤ ਤਿਰਲੋਚਨ ਜੀ ਕਹਿ ਰਹੇ ਨੇ। ਜਿਸ ਤਰ੍ਹਾਂ ਕਈ ਦਫਾ ਸ਼ੱਕ ਹੋ ਜਾਂਦਾ ਨਾ ਸਾਨੂੰ ਵੀ ਸ਼ਾਇਦ ਹੁਣ ਅਸੀਂ ਮਨੁੱਖਾ ਜਨਮ 'ਚ, ਸਾਨੂੰ ਦੂਸਰਾ ਜਨਮ ਵੀ ਮਨੁੱਖਾ ਹੀ ਮਿਲਣਾ। ਇਹ ਗੱਲ ਨਹੀਂ ਹੈ ਸੰਗਤ ਜੀ, ਇਹ ਬਾਣੀ 'ਚ ਦੱਸ ਰਹੇ ਨੇ। ਬਾਣੀ ਪਾਤਸ਼ਾਹ ਨੇ ਪ੍ਰਵਾਨ ਕਰਕੇ ਭਗਤ ਸਾਹਿਬਾਨ ਦੀ ਚਾੜ੍ਹੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹਦੇ ਵਿੱਚ ਸੱਚਾਈ ਆ, ਸਾਡੇ ਕਰਮਾਂ ਦੇ ਅਨੁਸਾਰ ਜਨਮ ਮਿਲਣਾ, ਇਹ ਨਹੀਂ ਕਿ ਹੁਣ ਮਨੁੱਖਾ ਜਨਮ ਆ। ਇਸ ਲਈ ਤਾਂ ਪਾਤਸ਼ਾਹ ਨੇ ਕਹਿ ਦਿੱਤਾ ਨੇ ਕਿ ਮਨੁੱਖਾ ਜਨਮ ਦੁਰਲੱਭ ਆ। ਜੇ ਮਨੁੱਖਾ ਜਨਮ ਤੋਂ ਬਾਅਦ ਪੱਕਾ ਹੀ ਮਨੁੱਖਾ ਜਨਮ ਮਿਲ ਜਾਣਾ ਸੀ, ਫਿਰ ਦੁਰਲੱਭ ਨਾ ਕਹਿੰਦੇ ਵੀ ਇਸ ਵਿੱਚ ਭਗਤੀ ਕਰ ਲਓ, ਫਿਰ ਤਾਂ ਇਹ ਸੀ ਵੀ ਫਿਰ ਵੀ ਮਨੁੱਖਾ ਮਿਲ ਜਾਣਾ। ਇਹ ਗੱਲ ਸੱਚੀ ਨਹੀਂ ਹੈ। ਇਹ ਹੈ ਕਿ ਆਪਣੇ ਕਰਮਾਂ ਦੇ ਅਨੁਸਾਰ ਸਾਨੂੰ ਹੁਣ ਜੀਵਨ ਮਿਲਣਾ। ਇਹ ਜ਼ਰੂਰੀ ਨਹੀਂ ਕਿ ਵੀ ਹੁਣ ਫਿਰ ਮਨੁੱਖਾ ਮਿਲ ਜਾਏ। ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਸਰਪ ਜੋਨ ਵਲ ਵਲ ਔਤਰੈ। ਕਹਿੰਦੇ ਜਦੋਂ ਜੀਵ ਅੰਤ ਸਮੇਂ ਧਿਆਨ ਮਾਇਆ ਵੱਲ ਰਹਿ ਜਾਵੇ, ਉਹ ਕਹਿੰਦੇ ਉਹਦੀ ਆਉਣ ਵਾਲੀ ਜੂਨ ਸੱਪ ਦੀ ਹੁੰਦੀ ਹੈ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਓ। ਕਹਿੰਦੇ ਹੇ ਮੇਰੀ ਭੈਣ, ਪਰਮੇਸ਼ਰ ਦਾ ਨਾਮ ਕਦੇ ਵੀ ਨਾ ਮਨ ਤੋਂ ਵਿਸਾਰੋ। ਕਿਉਂ? ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਅੰਤ ਦਾ ਸਮਾਂ ਆ ਜਾਵੇ। ਜੇ ਉਹਦਾ ਨਾਮ ਨਹੀਂ ਸਿਮਰਦੇ ਹੋਵਾਂਗੇ, ਜਿਸ ਚੀਜ਼ 'ਚ ਸੁਤਾ ਹੋਊਗੀ ਉਹਨੇ ਜਨਮ ਕਰਾ ਦੇਣਾ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਬੇਸਵਾ ਜੋਨ ਵਲ ਵਲ ਔਤਰੈ। ਕਹਿੰਦੇ ਜੇ ਅੰਤ ਦੇ ਸਮੇਂ ਆਪਣੀ ਇਸਤਰੀ ਵੱਲ ਯਾਦ ਆ ਗਈ, ਇਸਤਰੀ ਵੱਲ ਧਿਆਨ ਚਲੇ ਗਿਆ ਨਾ, ਅੰਤ ਦਾ ਜਿਹੜਾ ਸਾਹ ਆਇਆ, ਤਾਂ ਉਹਦਾ ਆਉਣ ਵਾਲਾ ਜੀਵਨ ਬੇਸਵਾ ਦਾ ਹੁੰਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਅੰਤ ਕਾਲ ਜੋ ਲੜਕੈ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਸੂਕਰ ਜੋਨ ਵਲ ਵਲ ਔਤਰੈ। ਜਿਹੜੇ ਜੀਵ ਦੀ ਕਹਿੰਦੇ ਸੁਤਾ ਅੰਤ ਵੇਲੇ ਆਪਣੇ ਪੁੱਤਰ ਵੱਲ ਰਹਿ ਗਈ, ਉਹਦਾ ਅਗਲਾ ਜਨਮ ਸੂਰ ਦਾ ਹੁੰਦਾ ਹੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਪ੍ਰੇਤ ਜੋਨ ਵਲ ਵਲ ਔਤਰੈ। ਅੰਤ ਸਮੇਂ ਕਹਿੰਦੇ ਜਿਸ ਜੀਵ ਦਾ ਧਿਆਨ ਆਪਣੇ ਘਰ-ਬਾਰ ਵੱਲ ਰਹਿ ਗਿਆ, ਉਹਦੀ ਆਉਣ ਵਾਲੀ ਜਿਹੜੀ ਜੂਨ ਆ ਉਹ ਭੂਤ ਪ੍ਰੇਤ ਦੀ ਹੁੰਦੀ ਆ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ।
ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਕਹਿੰਦੇ ਅੰਤ ਦੇ ਸਮੇਂ ਜਿਹਨੇ ਪਰਮੇਸ਼ਰ ਦਾ ਨਾਮ ਜਪ ਲਿਆ, ਇਸ ਖਿਆਲ ਵਿੱਚ ਉਹਦਾ ਅੰਤਲਾ ਸਾਹ ਜਾਂਦਾ ਹੈ। ਕਹਿੰਦੇ ਨੇ ਭਗਤ ਤਿਰਲੋਚਨ ਜੀ, ਉਹਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ, ਉਹ ਜੀਵਨ ਮੁਕਤ ਹੋ ਜਾਂਦਾ, ਉਸ ਜੀਵ ਦੀ ਫਿਰ ਦੁਬਾਰਾ ਜਨਮ ਨਹੀਂ ਹੁੰਦਾ, ਪਰਮੇਸ਼ਰ 'ਚ ਮਿਲਾਪ ਹੋ ਜਾਂਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਜਰੀ ਸ੍ਰੀ ਜੈਦੇਵ ਜੀਓ ਕਾ ਪਦਾ, ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਦ ਪੁਰਖ ਮਨੋਪਿਮ ਸਤ ਆਦ ਪਾਵ ਰਤਨ। ਪਰਮਦ ਪੁਤ ਪ੍ਰਕਿਰਤ ਪਰੈ ਜਦ ਚਿੰਤ ਸਰਬਗਤੈ। ਕੇਵਲ ਰਾਮ ਨਾਮ ਮਨੋਰਮੈ ਬਦ ਅੰਮ੍ਰਿਤ ਤਤ ਮੈਂ। ਨਾਂਦ ਨੌਤ ਨਾ ਨਾਂਦ ਨੌਤ ਜ ਸਮਰੇਣ ਜਨਮ ਜਰਾਦ ਮਰਨ ਪੈ ਰਹਾਓ। ਹਾਂਜੀ ਸੰਗਤ ਜੀ, ਭਗਤ ਜੈਦੇਵ ਜੀ ਕਹਿੰਦੇ ਨੇ ਉਹ ਪਰਮੇਸ਼ਰ ਕਹਿੰਦੇ ਸਭ ਤੋਂ ਉੱਚੀ ਹਸਤੀ ਵਾਲਾ ਹੈ। ਉਹ ਕਹਿੰਦੇ ਸਦਾ ਰਹਿਣ ਵਾਲਾ ਹੈ, ਉਹ ਸਾਰਿਆਂ ਵਿੱਚ ਵਿਆਪਕ ਹੈ, ਆਦਿ ਤੋਂ ਹੈ ਉਹ ਪਰਮੇਸ਼ਰ। ਕਹਿੰਦੇ ਉਹ ਪਰਮੇਸ਼ਰ ਕਹਿੰਦੇ ਅਚਰਜਮਈ ਹੈ, ਮਾਇਆ ਤੋਂ ਪਰੇ ਹੈ। ਕਹਿੰਦੇ ਉਹ ਪਰਮੇਸ਼ਰ ਕਹਿੰਦੇ ਸਾਡੇ ਚਿੰਤਨ ਦੇ ਵਿੱਚ ਨਹੀਂ ਆਉਂਦਾ, ਉਹ ਸਰਵ ਵਿਆਪਕ ਹੈ। ਅਸੀਂ ਉਹਦਾ ਸਰੂਪ ਦੱਸ ਨਹੀਂ ਸਕਦੇ, ਇਸ ਤਰ੍ਹਾਂ ਉਹਨੂੰ ਆਪਣੇ ਦਿਮਾਗ ਦੇ ਵਿੱਚ ਉਹਦਾ ਜਿਹੜਾ ਸਰੂਪ ਆ ਉਹਨੂੰ ਬਿਆਨ ਨਹੀਂ ਕਰ ਸਕਦੇ। ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਹੈ, ਸਭ ਤੋਂ ਮਨਮੋਹਕ ਹੈ। ਕਹਿੰਦੇ ਉਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ, ਉਹ ਪਰਮੇਸ਼ਰ ਅਸਲ ਹੈ। ਅਸਲੀਅਤ ਇਹੀ ਹੈ ਕਿ ਉਸ ਪਰਮੇਸ਼ਰ ਦਾ ਨਾਮ ਸਿਮਰਿਆ ਜਾਵੇ ਜੋ ਅੰਮ੍ਰਿਤ ਰੂਪ ਹੈ। ਜੇ ਕਹਿੰਦੇ ਅਜੀਬ ਚਾਹੁੰਦਾ ਹੈ ਕਿ ਮੈਨੂੰ ਕੋਈ ਦੁੱਖ ਨਾ ਹੋਏ, ਜਨਮ ਮਰਨ ਦਾ, ਮੌਤ ਦਾ, ਫਿਰ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਸਿਮਰੇ ਜੋ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ ਹੈ। ਪਰਮੇਸ਼ਰ ਦਾ ਨਾਮ ਸਿਮਰਿਆ, ਨਾ ਜਨਮ ਮਰਨ ਦਾ, ਨਾ ਜਮਾ ਦਾ, ਨਾ ਮੌਤ ਦਾ, ਨਾ ਬੁਢੇਪੇ ਦਾ, ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਹੈ। ਇੱਛਿਸ ਜਮਾਦ ਪ੍ਰਾਰੰਭੈ ਇੱਛਿਸ ਜਮਾਦ ਪ੍ਰਾਵੈ ਜਸ ਸਵਸਤ ਸੁਕਿਰਤ ਕ੍ਰਿਤੈ। ਪਾਵ ਭੂਤ ਪਾਵ ਸੰਭੈ ਪਰਮ ਪ੍ਰਸੰਨ ਮਿਦੈ। ਕਹਿੰਦੇ ਜੇ ਜੀਵ ਚਾਹੁੰਦਾ ਹੈ ਕਿ ਜਮ ਦਾ ਡਰ ਨਾ ਰਹੇ, ਮੇਰੀ ਸੋਭਾ ਹੋਵੇ, ਮੈਨੂੰ ਸੁੱਖ ਮਿਲੇ, ਫਿਰ ਕਹਿੰਦੇ ਉਹ ਸੁਕਿਰਤ ਕਰੇ। ਸੁਕਿਰਤ ਹੈ ਪਰਮੇਸ਼ਰ ਦਾ ਨਾਮ ਜਪਣਾ। ਉਹ ਪਰਮੇਸ਼ਰ ਕਹਿੰਦੇ ਜੋ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਹੋਊਗਾ। ਕਹਿੰਦੇ ਉਸ ਪਰਮੇਸ਼ਰ ਜੋ ਪਰਮ ਹੈ, ਸਭ ਤੋਂ ਉੱਚੀ ਹਸਤੀ ਹੈ, ਜੋ ਹਮੇਸ਼ਾ ਖਿੜੇ ਹਿਰਦੇ ਵਾਲਾ ਹੈ, ਪ੍ਰਸੰਨ ਚਿੱਤ ਹੈ ਪਰਮੇਸ਼ਰ। ਲੋਭਾਦ ਦ੍ਰਿਸ਼ਟ ਪਰ ਗ੍ਰਹਿ ਜਦ ਬਿਦ ਆਚਰੈ। ਤਜ ਸਕਲ ਦੁਹ ਕਿਰਤ ਦੁਰਮਤੀ ਭਜ ਚੱਕਰ ਤਰ ਸਰਣੈ। ਕਹਿੰਦੇ ਲਾਲਚ ਵਾਲਾ ਸੁਭਾਅ, ਪਰਾਏ ਘਰ 'ਤੇ ਅੱਖ ਰੱਖਣੀ ਅਤੇ ਚੰਗਾ ਆਚਰਣ ਬਣਾਉਣਾ। ਜਿਹੜੀਆਂ ਚੰਗੇ ਆਚਰਣ ਦੀਆਂ ਗੱਲਾਂ ਨੇ ਉਹ ਸਾਰੀਆਂ ਕਹਿੰਦੇ ਗ੍ਰਹਿਣ ਕਰਨੀਆਂ, ਅਤੇ ਲਾਲਚ ਛੱਡਣਾ, ਪਰਾਏ ਘਰ 'ਤੇ ਮਾੜੀ ਅੱਖ ਰੱਖਣੀ, ਇਹ ਸਭ ਕਹਿੰਦੇ ਜੀਵ ਕਰੇ। ਤਜ ਸਕਲ ਦੁਹ ਕਿਰਤ, ਕਹਿੰਦੇ ਜਿਹੜੀ ਮਾੜੇ ਕੰਮ ਨੇ ਉਹ ਸਾਰੇ ਛੱਡ ਦੇਵੇ, ਅਤੇ ਇਸ ਤਰ੍ਹਾਂ ਜਿਹੜੀ ਉਹਦੀ ਮਾੜੀ ਮੱਤ ਆ ਉਹ ਖਤਮ ਹੋ ਜੂਗੀ, ਅਤੇ ਪਰਮੇਸ਼ਰ ਦੀ ਸ਼ਰਨ ਲਏ। ਉਹ ਪਰਮੇਸ਼ਰ ਜੋ ਹਮੇਸ਼ਾ ਰਹਿਣ ਵਾਲਾ ਹੈ।
ਹਰ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ ਜੋਗਿਨ ਕੇ ਜਗੇਨ ਕੇ ਦਾਨਨ ਕੇ ਤਪਸਾ। ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਨੇ ਉਹ ਆਸਾ ਤ੍ਰਿਸ਼ਨਾ ਤੋਂ ਰਹਿਤ ਹੋ ਜਾਂਦੇ ਨੇ। ਉਹ ਮਨ ਬਚ ਕਰਮ ਕਰਕੇ ਪਵਿੱਤਰ ਹੁੰਦੇ ਨੇ। ਉਹਨਾਂ ਦਾ ਮਨ ਵੀ ਪਵਿੱਤਰ, ਉਹਨਾਂ ਦੇ ਬਚਨ ਵੀ ਪਵਿੱਤਰ, ਉਹਨਾਂ ਦੇ ਕਰਮ ਵੀ ਪਵਿੱਤਰ ਹੁੰਦੇ ਨੇ। ਉਹਨਾਂ ਨੂੰ ਹੋਰ ਕੋਈ ਯੋਗ ਕਰਨ ਨਾਲ, ਜਗ ਕਰਨ ਨਾਲ, ਕੋਈ ਦਾਨ ਕਰਨ ਦੇ ਨਾਲ, ਕੋਈ ਹੋਰ ਤਪ ਕਰਨ ਦੇ ਨਾਲ ਕੋਈ ਸੰਬੰਧ ਨਹੀਂ ਰਹਿੰਦਾ। ਉਹ ਸਿਰਫ ਪਰਮੇਸ਼ਰ ਦਾ ਨਾਮ ਜਪਦੇ ਨੇ। ਪਰਮੇਸ਼ਰ ਦੇ ਨਾਮ ਵਿੱਚ ਸਾਰੇ ਚੰਗੇ ਕੰਮ ਆ ਜਾਂਦੇ ਨੇ। ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿੱਧ ਪਦੈ ਜੈ ਦੇਵ ਆਇਓ ਤਸ ਫੁਟ ਭਵ ਪੂਤ ਸਰਬ ਗਤੈ। ਕਹਿੰਦੇ ਹੇ ਜੀਵ ਉਸ ਪਰਮੇਸ਼ਰ ਦਾ ਨਾਂ ਜਪ, ਉਸ ਪਰਮੇਸ਼ਰ ਦਾ ਨਾਮ ਜਪ ਜਿਹਦਾ ਨਾਂ ਜਪਣ ਦੇ ਨਾਲ ਤੈਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ, ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਕਹਿੰਦੇ ਜੈਦੇਵ ਤੇ ਉਸ ਪਰਮਾਤਮਾ ਦੀ ਸ਼ਰਨ ਆਇਆ ਜੋ ਪਰਮਾਤਮਾ ਪ੍ਰਤੱਖ ਹੈ, ਜਹਰਾ ਹਜ਼ੂਰ ਹੈ, ਜਿਹਨੂੰ ਕਹਿੰਦੇ ਨੇ ਜਹਰਾ ਜ਼ਹੂਰ ਹੈ, ਕਿ ਹਮੇਸ਼ਾ ਸਾਡੇ ਅੰਗ ਸੰਗ ਹੈ। ਜੋ ਪਰਮੇਸ਼ਰ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਅੱਗੇ ਨੂੰ ਵੀ ਰਹੇਗਾ। ਜੋ ਪਰਮੇਸ਼ਰ ਸਾਰੀ ਜਗ੍ਹਾ 'ਤੇ ਵਿਆਪਕ ਹੈ। ਕਹਿੰਦੇ ਜੈਦੇਵ ਨੇ ਤੇ ਉਸ ਪਰਮੇਸ਼ਰ ਦੀ ਸ਼ਰਨ ਲਈ ਹੈ ਅਤੇ ਸਾਨੂੰ ਵੀ ਇਹੀ ਤਾਕੀਦ ਕਰਦੇ ਨੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।